ਜਿਹੜੀ ਬੀਜੇਪੀ ਸਰਕਾਰ ਹੈ ਉਹਦਾ ਹੰਕਾਰ ਹੈ ਉਹ ਚਰਮ ਸੀਮਾ ਤੇ ਹੈ। ਇਹ ਸਾਨੂੰ ਆਮ ਜਨਤਾ ਨੂੰ ਸਿਵਾਏ ਕੀੜੇ ਮਕੌੜੇ ਤੋਂ ਹੋਰ ਕੁਝ ਜ਼ਿਆਦਾ ਨਹੀਂ ਸਮਝਦੇ, ਜਿਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਾ ਸਾਡੇ ਦੇਸ਼ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਸਾਡੇ ਦੇਸ਼ ਦੇ ਲੋਕਾਂ ਨੂੰ ਯੂਨਾਈਟ ਹੋਣਾ ਚਾਹੀਦਾ ਹੈ। ਜਿਹੜੀਆਂ ਸਰਕਾਰਾਂ ਇਹ ਬੁਖਲਾਈਆਂ ਹੋਈਆਂ ਤੇ ਡਰੀਆਂ ਹੋਈਆਂ। ਇਸ ਸਰਕਾਰ ਨੇ ਸਿਵਾਏ ਕਾਰਪੋਰੇਟ ਤੋਂ ਕਿਸੇ ਨੂੰ ਹੋਰ ਕੋਈ ਫਾਇਦਾ ਨਹੀਂ ਕੀਤਾ। ਜਿਵੇਂ ਅਸੀਂ ਮੰਦਰ ਗੁਰਦੁਆਰੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਅੱਜ ਸਾਨੂੰ ਉਹਨਾਂ ਦੀ ਲੋੜ ਨਹੀਂ। ਸਾਨੂੰ ਐਜੂਕੇਸ਼ਨ ਦੀ ਲੋੜ ਹੈ, ਸਾਨੂੰ ਅੱਜ ਰੁਜ਼ਗਾਰ ਦੀ ਲੋੜ ਹੈ। ਸਰਕਾਰ ਜਿੰਨੀ ਦੇਰ ਤੱਕ ਬੇਸਿਕ ਮੁੱਦੇ ਨੂੰ ਹੱਲ ਨਹੀਂ ਕਰਦੀ ਤਦ ਤੱਕ ਪੂਰੇ ਦੇਸ਼ ਦੇ ਵਿੱਚ ਅਰਾਜਕਤਾ ਦਾ ਜਿਹੜਾ ਮਾਹੌਲ ਹੈ ਇਹ ਬਣਿਆ ਰਹੂਗਾ। जिंदाबाद चैनल देख रहे सारे दर्शकों का स्वागत है। मैं मनप्रीत औलख। ਅੱਜ ਡੀਸੀ ਆਫਿਸ ਮੋਹਾਲੀ ਦੇ ਅੱਗੇ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀ, ਕਿਉਂਕਿ ਕਿਸਾਨ ਆਗੂਆਂ ਦੀ ਕਾਲ ਸੀ ਕਿ ਜਿਹੜਾ ਯੂਪੀ ਦੇ ਵਿੱਚ ਕੱਲ ਘਟਨਾਕ੍ਰਮ ਹੋਇਆ ਲਖੀਮਪੁਰ ਖੀਰੀ ਦੇ ਵਿੱਚ ਕਿਸਾਨ ਸ਼ਹੀਦ ਹੋਏ ਹੈ, ਉਸ ਦੇ ਇਨਸਾਫ ਦੇ ਲਈ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਡੀਸੀ ਦਫ਼ਤਰਾਂ ਦਾ ਘਿਰਾਵ ਕੀਤਾ ਜਾਵੇਗਾ। ਕਿਸਾਨ ਆਗੂਆਂ ਦੇ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀ ਪੂਰੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅੱਜ ਡੀਸੀ ਦਫ਼ਤਰ ਮੋਹਾਲੀ ਦੇ ਬਾਹਰ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ, ਉੱਥੋਂ ਦੀ ਕਵਰੇਜ ਕਰ ਰਹੇ ਸੀ। ਤਾਂ ਅੱਜ ਸਾਡੇ ਨਾਲ ਸਰਦਾਰ ਹਰਪ੍ਰੀਤ ਸਿੰਘ ਜੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਪਿਛਲੇ ਕਈ ਸਮੇਂ ਤੋਂ ਜਦੋਂ ਦਾ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਕਿਸਾਨਾਂ ਦੀ ਹਿਮਾਇਤ ਲਈ ਹਮੇਸ਼ਾ ਖੜੇ ਹੁੰਦੇ ਰਹੇ ਨੇ, ਆਪਣੀ ਗੱਲਬਾਤ ਆਪਣੇ ਮੁੱਦੇ ਉਠਾਉਂਦੇ ਰਹੇ ਨੇ। ਆ ਸਾਡੇ ਨਾਲ ਮੌਜੂਦ ਨੇ। ਕੱਲ ਜੋ ਯੂਪੀ ਦੇ ਵਿੱਚ ਸਾਰੀ ਘਟਨਾਕ੍ਰਮ ਹੋਇਆ ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜੀ ਇਹ ਘਟਨਾ ਹੋਈ ਹੈ ਇੱਕ ਬਹੁਤ ਮੰਦਭਾਗੀ ਘਟਨਾ ਹੈ, ਤੇ ਜਿਹੜੀ ਬੀਜੇਪੀ ਸਰਕਾਰ ਹੈ ਉਹਦਾ ਹੰਕਾਰ ਹੈ ਉਹ ਚਰਮ ਸੀਮਾ ਤੇ ਹੈ। ਇਹ ਸਾਨੂੰ ਆਮ ਜਨਤਾ ਨੂੰ ਸਿਵਾਏ ਕੀੜੇ ਮਕੌੜੇ ਤੋਂ ਹੋਰ ਕੁਝ ਜ਼ਿਆਦਾ ਨਹੀਂ ਸਮਝਦੇ। 9 ਮਹੀਨੇ ਤੋਂ ਉੱਪਰ ਦਿੱਲੀ ਵਿੱਚ ਕਿਸਾਨਾਂ ਨੂੰ ਬੈਠਿਆਂ ਨੂੰ ਹੋ ਗਏ ਨੇ, 700 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ ਨੇ, ਪਰ ਸਰਕਾਰ ਅੱਜ ਵੀ ਆਪਣੇ ਰਵੱਈਏ ਤੇ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ। ਜੋ ਇਹ ਘਟਨਾ ਹੋਈ ਹੈ ਸਾਡੇ ਦੇਸ਼ ਦੇ ਲੋਕਤੰਤਰ ਨੂੰ ਇਸ ਘਟਨਾ ਨੇ ਬਹੁਤ ਸ਼ਰਮਿੰਦਾ ਕੀਤਾ ਹੈ, ਤੇ ਸਾਨੂੰ ਇਹ ਅਹਿਸਾਸ ਦਿਵਾਇਆ ਹੈ ਕਿ ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹਾਂ। ਤੇ ਇਹ ਸਾਡੇ ਜਿਹੜੇ ਬੀਜੇਪੀ ਸਰਕਾਰ ਹੈ ਇਹ ਸਾਡੇ ਦੇਸ਼ ਦੇ ਵਿੱਚ ਜਿਵੇਂ ਮੁਗਲ ਸ਼ਾਸਕ ਇੱਥੇ ਇੱਕ ਆਪਦਾ ਆਤੰਕ ਤੇ ਉਹਨਾਂ ਦਾ ਅਤਿਆਚਾਰ ਹੁੰਦਾ ਸੀ, ਉਦੋਂ ਵੱਧ ਕੇ ਇਹ ਸਰਕਾਰ ਜਿਹੜੀ ਸਾਡੇ ਤੇ ਜ਼ੁਲਮ ਕਰ ਰਹੀ ਹੈ, ਜਿਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣਾ ਸਾਡੇ ਦੇਸ਼ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਸਾਡੇ ਦੇਸ਼ ਦੇ ਲੋਕਾਂ ਨੂੰ ਯੂਨਾਈਟ ਹੋਣਾ ਚਾਹੀਦਾ ਹੈ ਤੇ ਇਸ ਜਿਹੜੀ ਘਟਨਾ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਜਿਹੜੀ ਘਟਨਾ ਹੋਈ ਹੈ ਇਹ ਇਦੋਂ ਵੱਡੀ ਕੋਈ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਸਰਕਾਰ ਵਾਸਤੇ। ਅੱਛਾ, ਹੁਣ 144 ਧਾਰਾ ਲਾ ਦਿੱਤੀ ਗਈ ਹੈ। ਯੋਗੀ ਸਰਕਾਰ ਪੰਜਾਬ ਦੇ ਕਿਸੇ ਬੰਦੇ ਨੂੰ ਜਾਂ ਕਿਸੇ ਲੀਡਰ ਨੂੰ ਉੱਥੇ ਐਂਟਰ ਨਹੀਂ ਹੋਣ ਦੇ ਰਹੀ। ਜਿਵੇਂ ਤਾਨਾਸ਼ਾਹੀ ਜਿਹੜਾ ਰੂਲ ਉੱਥੇ ਲਾਗੂ ਕਰ ਦਿੱਤਾ ਗਿਆ, ਇਸ ਦੇ ਉੱਤੇ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਸਰਕਾਰਾਂ ਇਹ ਬੁਖਲਾਈਆਂ ਹੋਈਆਂ ਤੇ ਡਰੀਆਂ ਹੋਈਆਂ। ਇਹਨਾਂ ਨੂੰ ਪਤਾ ਹੈ ਕਿ ਅੱਜ ਜਿਹੜਾ ਕਿਸਾਨ ਹੈ, ਚਾਹੇ ਉਹ ਕੋਈ ਬਿਜ਼ਨਸਮੈਨ ਵਰਗ ਹੈ ਤੇ ਚਾਹੇ ਜੌਬ ਵਾਲਾ ਹੈ, ਸਾਰਾ ਤਰਾਹੀ ਕਰ ਰਿਹਾ ਹੈ। ਇਸ ਸਰਕਾਰ ਨੇ ਸਿਵਾਏ ਕਾਰਪੋਰੇਟ ਤੋਂ ਕਿਸੇ ਨੂੰ ਹੋਰ ਕੋਈ ਫਾਇਦਾ ਨਹੀਂ ਕੀਤਾ। ਸਰਕਾਰ ਭਗਵਾਵਾਦ ਦੇ ਏਜੰਡੇ ਤੇ ਚੱਲ ਰਹੀ ਹੈ, ਜਿਹਦਾ ਸਾਡੇ ਦੇਸ਼ ਵਾਸੀਆਂ ਨੂੰ ਜਾਂ ਇੱਕ ਆਮ ਪਬਲਿਕ ਨੂੰ ਉਹਦਾ ਕੋਈ ਫਾਇਦਾ ਨਹੀਂ। ਜਿਵੇਂ ਅਸੀਂ ਮੰਦਰ ਗੁਰਦੁਆਰੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਪਰ ਅੱਜ ਸਾਨੂੰ ਉਹਨਾਂ ਦੀ ਲੋੜ ਨਹੀਂ। ਸਾਨੂੰ ਐਜੂਕੇਸ਼ਨ ਦੀ ਲੋੜ ਹੈ, ਸਾਨੂੰ ਅੱਜ ਰੁਜ਼ਗਾਰ ਦੀ ਲੋੜ ਹੈ, ਪਰ ਇਹ ਸਰਕਾਰਾਂ ਉਹਨਾਂ ਮੁੱਦਿਆਂ ਤੋਂ ਸਾਡਾ ਧਿਆਨ ਭਟਕਾ ਕੇ ਸਾਨੂੰ ਇਹਨਾਂ ਗੱਲਾਂ ਵੱਲ ਲਿਜਾ ਰਹੀ ਆ ਕਿ ਤੁਸੀਂ ਜੀ ਆਪਣਾ ਜਿਵੇਂ ਕਹਿ ਲਓ ਤੁਸੀਂ ਵੀ ਹਿੰਦੂਵਾਦ ਹੋਣਾ ਚਾਹੀਦਾ ਜੀ, ਇਹ ਹੋਣਾ ਚਾਹੀਦਾ। ਬਟ ਅਸੀਂ ਸਰਕਾਰ ਨੂੰ ਇਹ ਕਹਿ ਦੇਣਾ ਚਾਹੁੰਦੇ ਹਾਂ ਤੇ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਅਗਰ ਬਾਜ਼ ਨਾ ਆਈ ਤਾਂ ਇਹ ਜਿਹੜੀ ਦੇਸ਼ ਦੀ ਆਮ ਜਨਤਾ ਹੈ ਇਹ ਚੁੱਪ ਨਹੀਂ ਬੈਠੇਗੀ ਤੇ ਇਹਦਾ ਮੂੰਹ ਤੋੜਵਾਂ ਜਵਾਬ ਦੇਗੀ। ਸਰਕਾਰ ਕੁਝ ਮੰਗਾਂ ਤੇ ਮੰਨ ਗਈ ਹੈ, ਜਿਵੇਂ 45 ਲੱਖ ਦਾ ਮੁਆਵਜ਼ਾ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ, ਜ਼ਖਮੀ ਕਿਸਾਨਾਂ ਨੂੰ 10 ਲੱਖ ਦਾ। ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਜੋ ਹੋਇਆ ਕੱਲ ਘਟਨਾ ਉਹਨੂੰ ਇਨਸਾਫ ਮਿਲ ਜਾਏਗਾ ਪੈਸੇ ਦੇ ਨਾਲ? ਦੇਖੋ, ਜਿਨ੍ਹਾਂ ਦੇ ਬੱਚੇ ਮਰ ਗਏ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਚਲੇ ਗਏ ਹੈ, ਉਹਨਾਂ ਦਾ ਕਿਸੇ ਵੀ ਕੀਮਤ ਵਿੱਚ ਉਹਨਾਂ ਦਾ ਜਿਹੜਾ ਹੈਗਾ ਘਾਟਾ ਪੂਰਾ ਨਹੀਂ ਕੀਤਾ ਜਾ ਸਕਦਾ। ਸਰਕਾਰ ਜਿੰਨੀ ਦੇਰ ਤੱਕ ਬੇਸਿਕ ਮੁੱਦੇ ਨੂੰ ਹੱਲ ਨਹੀਂ ਕਰਦੀ ਤਦ ਤੱਕ ਪੂਰੇ ਦੇਸ਼ ਦੇ ਵਿੱਚ ਅਰਾਜਕਤਾ ਦਾ ਜਿਹੜਾ ਮਾਹੌਲ ਹੈ ਇਹ ਬਣਿਆ ਰਹੂਗਾ। ਕਿਉਂਕਿ ਬੇਸਿਕ ਮੁੱਦਾ 3 ਜਿਹੜੇ ਬਲੈਕ ਲਾਅ ਨੇ ਇਹਨਾਂ ਨੂੰ ਜਦ ਤੱਕ ਸਰਕਾਰ ਰਿਪੀਲ ਨਹੀਂ ਕਰਦੀ
ਤਦ ਤੱਕ ਜਿਹੜੇ ਹੈਗੇ ਆ ਕਿਸਾਨਾਂ ਦੇ ਜਿਹੜੇ ਮੁੱਦੇ ਆ ਉਹ ਹੱਲ ਨਹੀਂ ਕੀਤੇ ਜਾਂਦੇ, ਤਦ ਤੱਕ ਜਿਹੜੇ ਹੈਗੇ ਅਸੀਂ ਸੈਟੀਸਫਾਈਡ ਨਹੀਂ ਆ ਸਰਕਾਰ ਤੋਂ। ਸਰਕਾਰ ਹਜੇ ਵੀ ਸਰਕਾਰ ਕੋਲ ਵਕਤ ਹੈ ਕਿ ਉਹ ਇਹਨਾਂ 3 ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲੇ, ਕਿਉਂਕਿ ਤੁਸੀਂ ਯੈਸਟਰਡੇ ਦੇਖਿਆ ਹੋਣਾ ਮਨੋਹਰ ਲਾਲ ਖੱਟੜ ਦਾ ਇੱਕ ਬਿਆਨ ਆਇਆ ਸੀ ਕਿ ਉਹ ਕਿਸੇ ਮੀਟਿੰਗ ਵਿੱਚ ਕਹਿ ਰਹੇ ਨੇ ਕਿ ਤੁਸੀਂ ਕਿਸਾਨਾਂ ਤੇ ਲਾਠੀ ਚਾਰਜ ਕਰੋ, ਅਗਰ ਤੁਹਾਨੂੰ ਜੇਲ੍ਹ 'ਚ ਵੀ ਜਾਣਾ ਪੈਂਦਾ ਤੁਸੀਂ ਵੱਡੇ ਲੀਡਰ ਹੋ ਕੇ ਬਾਹਰ ਨਿਕਲੋਗੇ। ਇਹਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ। ਸਰਕਾਰ ਜਿਹੜੀ ਹੈ ਇਹ ਕਿਸਾਨਾਂ ਨੂੰ ਕੁਚਲਣਾ ਚਾਹੁੰਦੀ ਹੈ ਤੇ ਸਾਨੂੰ ਦਬਾਉਣਾ ਚਾਹੁੰਦੀ ਹੈ, ਪਰ ਜਿਹੜੇ ਸਾਡੇ ਦੇਸ਼ ਦਾ ਕਿਸਾਨ ਹੈ, ਸਾਡੇ ਦੇਸ਼ ਦੀ ਜਨਤਾ ਹੈ, ਉਹ ਇਸ ਗੱਲ ਨੂੰ ਭਲੀ ਭਾਂਤੀ ਜਾਣ ਚੁੱਕੀ ਹੈ। ਅਗਰ ਅਸੀਂ ਇਕੱਲੇ ਲੜਾਂਗੇ ਤਾਂ ਸਾਡਾ ਵਾਕਈ ਕੁਝ ਨਹੀਂ ਵਟਿਆ ਜਾਣਾ। ਜੇ ਅਸੀਂ ਇਕੱਠੇ ਹਾਂ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਇਹ ਇੱਕ ਦਿਨ ਇਹਨਾਂ ਨੂੰ ਇਹ ਸਾਡੇ ਅੱਗੇ ਝੁਕਣਾ ਪਊਗਾ ਤੇ 3 ਲਾਅ ਜਿਹੜੇ ਹੈਗੇ ਆ ਰਿਪੀਲ ਕਰਨੇ ਪੈਣਗੇ। ਜਿੱਥੋਂ ਤੱਕ ਸਵਾਲ ਹੈਗਾ ਅੱਜ ਦੀ ਘਟਨਾ ਦਾ, ਤੁਸੀਂ ਕਿਹਾ 45 ਲੱਖ ਵਾਲਾ, ਜਦੋਂ ਤੱਕ ਸਰਕਾਰ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਨਹੀਂ ਦਿੰਦੀ, ਕਿਸਾਨ ਉੱਥੇ ਜਿਉਂ ਦੇ ਤਿਉਂ ਬੈਠੇ ਰਹਿਣਗੇ। ਅਸੀਂ ਇੱਥੇ ਆਪਣੇ ਲੈਵਲ ਤੇ ਸੰਘਰਸ਼ ਕਰਦੇ ਰਹਾਂਗੇ ਤੇ ਸਰਕਾਰ ਜਦੋਂ ਤੱਕ ਇਹ ਮਤਲਬ ਸਾਡੀਆਂ ਮੰਗਾਂ ਨਹੀਂ ਮੰਨਦੀ ਤਦ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ ਉਹ ਤਾਂ ਉਹਨਾਂ ਦੀ ਹੀ ਪਾਰਟੀ ਦੇ ਬੰਦੇ ਨੇ, ਉਹਨਾਂ ਦੇ ਵਿਧਾਇਕ ਨੇ। ਤੁਹਾਨੂੰ ਲੱਗਦਾ ਯੋਗੀ ਸਰਕਾਰ ਜਾਂ ਮੋਦੀ ਸਰਕਾਰ ਆਪਦੇ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਕਰੂਗੀ? ਕਿਉਂਕਿ ਯੋਗੀ ਆਦਿੱਤਿਆਨਾਥ ਦਾ ਟਵੀਟ ਆਇਆ, ਕਹਿੰਦਾ ਵੀ ਮੈਂ ਕਾਰਵਾਈ ਕਰੂੰਗਾ, ਦੋਸ਼ੀਆਂ ਨੂੰ ਸਜ਼ਾ। ਤੁਹਾਨੂੰ ਲੱਗਦਾ ਕਿ ਸੱਚੀ ਕਾਰਵਾਈ ਹੋਊਗੀ? ਦੇਖੋ, ਲੋਕਤੰਤਰ ਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਕੌਣ ਕਿਹੜੀ ਪਾਰਟੀ ਦਾ ਹੈ। ਇੱਥੇ ਕੋਈ ਗੁਨਾਹ ਕਰਦਾ ਤਾਂ ਉਹਨੂੰ ਉਸਦੇ ਗੁਨਾਹ ਦੀ ਸਜ਼ਾ ਦੇਣੀ ਚਾਹੀਦੀ ਹੈ ਸਰਕਾਰ ਨੂੰ। ਅਗਰ ਸਰਕਾਰ ਇਸ ਮੁੱਦੇ ਤੇ ਕਿਸੇ ਕਾਰਨ ਫੇਲ ਹੁੰਦੀ ਹੈ ਤਾਂ ਅਸੀਂ ਜਿਹੜਾ ਹੈਗਾ ਆਪਣੇ ਆਪਣੇ ਲੈਵਲ ਤੇ ਪੂਰੇ ਦੇਸ਼ ਦੇ ਵਿੱਚ ਅੰਦੋਲਨ ਕਰਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਜਿਹੜੇ ਵੀ ਇਸ ਘਟਨਾ ਦੇ ਦੋਸ਼ੀ ਹੈ ਉਹਨਾਂ ਨੂੰ ਫੜ ਕੇ ਜੇਲ੍ਹ ਦੀਆਂ ਸਲਾਖਾਂ ਦੇ ਵਿੱਚ ਦਿੱਤਾ ਜਾਏ ਤੇ ਐਗਜ਼ਾਮਪਲ ਸੈੱਟ ਕੀਤੀ ਜਾਏ ਕਿ ਸਰਕਾਰ ਇੱਥੇ ਜਿਹੜੇ ਸਾਡੇ ਦੇਸ਼ ਦੇ ਵਿੱਚ ਲੋਕਤੰਤਰ ਅਜੇ ਵੀ ਜਿਉਂਦਾ ਹੈ। ਪਰ ਸਾਨੂੰ ਇਸ ਬੀਜੇਪੀ ਸਰਕਾਰ ਤੋਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ, ਕਿਉਂਕਿ ਸਰਕਾਰ ਨੇ ਜਿੰਨੇ ਵੀ ਅਜੇ ਤੱਕ ਕੋਈ ਫੈਸਲੇ ਲਏ ਹੈ ਉਹ ਕਿਸਾਨ ਵਿਰੋਧੀ ਲਏ ਆ, ਉਹ ਇਨਸਾਨ ਵਿਰੋਧੀ ਲਏ ਆ, ਉਹ ਪ੍ਰਜਾ ਦੇ ਵਿਰੁੱਧ ਲਏ ਨੇ। ਇਹਨਾਂ ਨੇ ਕੋਈ ਵੀ ਇਹੋ ਜਿਹਾ 7 ਸਾਲਾਂ ਦੇ ਵਿੱਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿਹਦੇ ਤੋਂ ਕੋਈ ਦੇਸ਼ਵਾਸੀ ਮਾਣ ਨਾਲ ਕਹਿ ਸਕਣ ਕਿ ਸਾਡੀ ਸਰਕਾਰ ਜਿਹੜੀ ਅਸੀਂ ਚੁਣੀ ਹੈ ਕਿ ਉਹਨੇ ਆ ਇੱਕ ਚੰਗਾ ਫੈਸਲਾ ਲਿਆ। ਸਿੰਘ ਸਾਹਿਬ, ਹੁਣ ਕਿਸਾਨੀ ਸੰਘਰਸ਼ ਨੂੰ ਵੀ ਚੱਲਦੇ ਹੋਏ 10-11 ਮਹੀਨੇ ਹੋ ਗਿਆ। ਹੁਣ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ, ਕਦੀ ਕਰਨਾਲ ਦੀ, ਹੁਣ ਯੂਪੀ ਦੀ। ਤਾਂ ਹੁਣ ਇਸ ਤੋਂ ਬਾਅਦ ਲੱਗਦਾ ਇਸ ਸੰਘਰਸ਼ ਨੂੰ ਤਿੱਖਾ ਕਰ ਦੇਣਾ ਚਾਹੀਦਾ, ਕਿਸਾਨ ਆਗੂਆਂ ਨੂੰ ਕੋਈ ਵੱਡੇ ਫੈਸਲੇ ਲੈ ਲੈਣੇ ਚਾਹੀਦੇ ਆ, ਕੋਈ ਕਾਲ ਦੇਣੀ ਚਾਹੀਦੀ ਹੈ ਲੋਕਾਂ ਨੂੰ ਜੋ ਹਲੇ ਵਾਪਸ ਚਲੇ ਗਏ ਸੀ ਜਾਂ ਪਿੰਡਾਂ ਦੇ ਵਿੱਚ ਬੈਠੇ ਆ, ਕੁਝ ਹੁਣ ਵੱਡਾ ਕਰਨ ਦੀ ਲੋੜ ਹੈ। ਦੇਖੋ, ਕਿਸਾਨ ਜਿਹੜਾ ਅੰਦੋਲਨ ਹੈ ਕਦੇ ਵੀ ਸਲੋ ਕਦੇ ਵੀ ਨਹੀਂ ਸੀਗਾ, ਇਹ ਹਮੇਸ਼ਾ ਤੋਂ ਹੀ ਤਿੱਖਾ ਰਿਹਾ। ਬਟ ਉਹ ਕੋਈ ਚੀਜ਼ਾਂ ਦਾ ਇੱਕ ਵਕਤ ਹੁੰਦਾ ਹੈ, ਉਹ ਵਕਤ ਦੇ ਅਨੁਸਾਰ ਹੀ ਸਾਡੀ ਜਿਹੜੇ ਬੰਦੀਆਂ ਜਿਹੜੀਆਂ ਫੈਸਲੇ ਲੈਂਦੀਆਂ ਤੇ ਸਾਰੀ ਜਨਤਾ ਉਹਨਾਂ ਨੂੰ ਉਹਨਾਂ ਦੇ ਫੈਸਲੇ ਨੂੰ ਹਮੇਸ਼ਾ ਸਤਿਕਾਰ ਵੀ ਦਿੰਦੀ ਹੈ ਤੇ ਅਸੀਂ ਉਸ ਜੋ ਵੀ ਉਹਨਾਂ ਦਾ ਫੈਸਲਾ ਹੁੰਦਾ ਸੀ ਉੱਥੇ ਇਨ ਬਿਨ ਪਹਿਰਾ ਵੀ ਦਿੰਦੇ ਹਾਂ। ਦੂਸਰੀ ਗੱਲ ਇਹ ਹੈਗੀ ਜਦੋਂ ਤੱਕ ਅਸੀਂ ਸਾਰੇ ਦੇਸ਼ਵਾਸੀ ਇਕੱਠੇ ਨਹੀਂ ਹੋਵਾਂਗੇ ਇਹ ਸਰਕਾਰਾਂ ਜਿਹੜੀਆਂ ਨੇ ਉਹ ਇਹਨਾਂ ਦੇ ਕੁੰਭਕਰਨ ਦੀ ਨੀਂਦ ਤੋਂ ਕਦੇ ਉੱਠਣਗੀਆਂ ਨਹੀਂ। ਤੇ ਅਸੀਂ ਜਥੇਬੰਦੀਆਂ ਦੇ ਬਿਲਕੁਲ ਨਾਲ ਹੈ ਤੇ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਬੜਾ ਮਤਲਬ ਸ਼ਾਂਤਮਈ ਢੰਗ ਨਾਲ ਜਿਹੜਾ ਅੰਦੋਲਨ ਨੂੰ ਰਨ ਕਰ ਰਹੀਆਂ ਨੇ ਤੇ ਇਹ ਬੜਾ ਇੱਕ ਸ਼ਲਾਘਾਯੋਗ ਕਦਮ ਹੈ ਜਥੇਬੰਦੀਆਂ ਦਾ। ਤੇ ਸਾਡੇ ਇਸ ਅੰਦੋਲਨ ਨੂੰ ਵਰਲਡ ਵਾਈਡ ਇੱਕ ਬੜੀ ਰਿਸਪੈਕਟ ਮਿਲ ਰਹੀ ਹੈ ਕਿ ਬੜਾ ਸ਼ਾਂਤਮਈ ਅੰਦੋਲਨ ਤੇ ਬੜਾ ਆਰਗੇਨਾਈਜ਼ਡ ਤਰੀਕੇ ਨਾਲ ਕੀਤਾ ਜਾ ਰਿਹਾ। ਸ਼ੁਕਰੀਆ ਜੀ। ਤਾਂ ਇਹ ਸੀਗੇ ਸਰਦਾਰ ਹਰਪ੍ਰੀਤ ਸਿੰਘ ਜੀ, ਜਿਨ੍ਹਾਂ ਨੇ ਕੱਲ ਯੂਪੀ ਦੇ ਵਿੱਚ ਹੋਈ ਘਟਨਾ ਦੇ ਉੱਤੇ ਆਪਣੇ ਵਿਚਾਰ ਰੱਖੇ, ਆਪਣੀ ਗੱਲਬਾਤ ਕੀਤੀ, ਦੱਸਿਆ ਕਿ ਕਿਸਾਨ ਜਥੇਬੰਦੀਆਂ ਦੇ ਉੱਤੇ ਭਰੋਸਾ ਹੈ। ਕੱਲ ਜੋ ਯੂਪੀ ਦੇ ਵਿੱਚ ਘਟਨਾ ਹੋਈ ਮੰਦਭਾਗੀ ਘਟਨਾ ਹੈ, ਯੋਗੀ ਸਰਕਾਰ ਨੂੰ ਇਸ ਤੇ ਸ਼ਰਮ ਹੋਣੀ ਚਾਹੀਦੀ ਹੈ। ਮੋਦੀ ਸਰਕਾਰ ਨੂੰ ਦੋਸ਼ੀਆਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਕਰਨੀ ਚਾਹੀਦੀ ਹੈ, ਸਿੰਘ ਸਾਹਿਬ ਨੇ ਦੱਸਿਆ। ਤਾਂ ਇਸੇ ਤਰ੍ਹਾਂ ਅਸੀਂ ਤੁਹਾਡੇ ਤੱਕ ਹੋਰ ਵੀ ਖਬਰਾਂ ਲੈ ਕੇ ਆਉਂਦੇ ਰਹਾਂਗੇ। ਉਹਨਾਂ ਚਿਰ ਜੁੜੇ ਰਹੋ ਜਿੰਦਾਬਾਦ ਚੈਨਲ ਦੇ ਨਾਲ। ਕੈਮਰਾਮੈਨ ਉਪਨੀਤ ਦੇ ਨਾਲ ਮੈਂ ਮਨਪ੍ਰੀਤ ਔਲਖ, ਚੰਡੀਗੜ੍ਹ।